ਸਤਿ ਸ਼੍ਰੀ ਅਕਾਲ ਬੇਟਾ ਜੀ। ਇਸ ਵੀਡੀਓ में हम एक्सरसाइज 1.3 ਸੋਲਵ ਕਰਾਂਗੇ ਤੇ ਅਸੀਂ ਦੇਖਣਾ ਹੈ ਜਿਹੜੇ ਅਸੀਂ ਸੋਲਵ ਕਰ ਚੁੱਕੇ ਹਾਂ ਕੁਐਸਚਨ ਉਹ ਠੀਕ ਆਂਦੇ ਪਏ ਹਨ ਕਿ ਗਲਤ। ਪਹਿਲੀ ਇੱਕ ਕਰੈਕਸ਼ਨ ਹੈ ਥੋੜੀ ਜਿਹੀ। ਅਸੀਂ ਇਸ ਜਿਹੜੀ ਵੀ ਐਕਸਰਸਾਈਜ਼ ਹੈ ਜਿਹਦੇ 5 ਕੁਐਸਚਨ ਹਨ ਸਾਰਿਆਂ 'ਚ ਇੰਡਿਊਸਡ ਇਮੇਜ ਦਾ ਮੈਗਨੀਟਿਊਡ ਕਰਨਾ ਹੈ। ਭਾਵੇਂ ਤੁਹਾਡੀ 네ਗੇਟਿਵ ਵੈਲਿਊ ਆਏ ਤੁਸੀਂ ਪੋਜ਼ਿਟਿਵ ਹੀ ਉਹਨੂੰ ਦੱਸਣਾ ਹੈ। ਦੇਖੋ ਮੈਗਨੀਟਿਊਡ ਦਾ ਮਤਲਬ ਹੁੰਦਾ ਹੈ -4 ਦਾ ਕੋਈ ਮੈਗਨੀਟਿਊਡ ਪੁੱਛੇ, ਠੀਕ ਹੈ, ਤਾਂ ਇਦਾਂ ਬਾਰ ਜੀ ਲਾ ਦਿੰਦੇ ਹਾਂ ਤਾਂ 4 ਹੋਏਗਾ। ਸਾਈਨ ਮੈਟਰ ਨਹੀਂ ਕਰਦਾ, ਪੋਜ਼ਿਟਿਵ ਵੈਲਿਊ ਆਏਗੀ। ਸੋ ਦਿਸ ਇਜ਼ ਦਾ ਮੈਗਨੀਟਿਊਡ। ਨਾ ਹੀ ਜਿਹੜਾ ਮਾਈਨਸ ਸਾਈਨ ਹੈ ਉਹ ਸਾਈਨ ਦੱਸ ਰਿਹਾ ਹੈ, ਸਾਈਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਕੱਢ ਵੀ ਲਓਗੇ ਤਾਂ ਲਾਸਟ ਜਿਹੜਾ ਆਨਸਰ ਹੈ ਉਹ ਤੁਸੀਂ ਪੋਜ਼ਿਟਿਵ ਹੀ ਦੱਸਣਾ ਹੈ। ਤੇ ਜੇ ਤੁਸੀਂ ਯਾਦ ਕਰਨਾ ਚਾਹੁੰਦੇ ਹੋ ਇੱਥੇ ਦੇਖੋ ਨੋਟਸ 'ਚ ਫਾइंडिंग इंड्यूस्ड ईएमएफ मैग्नीट्यूड ਫਾਰਮੂਲਾ ਟੂ ਯੂਜ਼ ਇਹ ਸੀਗਾ। ਤਾਂ ਇੱਥੇ ਯਾਦ ਕਰਨ ਵਾਸਤੇ ਐਕਚੁਅਲੀ यहाँ पे ਕਰੈਕਸ਼ਨ ਹੈ। ਕਰੈਕਸ਼ਨ ਵੇਖ ਲਓ, ਅਸੀਂ ਇਹ ਦੋ ਬਾਰ ਲਾ ਦੇਣੇ ਹਨ, ਠੀਕ ਹੈ। ਇਹਦਾ ਮਤਲਬ ਕੀ ਹੋ ਗਿਆ, ਹੁਣ ਅਸੀਂ ਜਿਹੜੀ ਵੀ ਵੈਲਿਊ ਆਏਗੀ ਸਾਡਾ ਆਨਸਰ ਨੈਗੇਟਿਵ ਚਾਹੁੰਦਾ ਹੈ ਅਸੀਂ ਉਹਨੂੰ ਪੋਜ਼ਿਟਿਵ ਹੀ ਲਿਖਣਾ ਹੈ। ਸਿੰਪਲ। ਤਾਂ ਯਾਦ ਰੱਖਣਾ ਫਾਰਮੂਲਾ ਭਾਵੇਂ ਇਦਾਂ ਲਾ ਲਓ, ਹੈ ਨਾ, ਜਾਂ ਤੁਸੀਂ ਸਿੱਧਾ ਸਿੱਧਾ ਜਿੰਨਾ ਵੀ ਸਾਡਾ ਫਾਰਮੂਲਾ ਹੈ -d5/dt ਜਿਹੜਾ ਫਾਰਮੂਲਾ ਹੈ ਇਦਾਂ ਕਰਕੇ ਕੱਢ ਲਓ, ਠੀਕ ਹੈ। ਭਾਵੇਂ ΔΦ/ΔT ਕਰਕੇ ਕੱਢ ਲਓ, ਬਟ ਜਿਹੜਾ ਵੀ ਆਨਸਰ ਆਏਗਾ ਉਹਦਾ ਮੈਗਨੀਟਿਊਡ ਜ਼ਰੂਰ ਕੱਢਣਾ। ਜਿਹੜੀ ਵੀ ਨੈਗੇਟਿਵ ਵੈਲਿਊ ਆਉਂਦੀ ਹੈ ਜਾਂ ਪੋਜ਼ਿਟਿਵ ਵੈਲਿਊ ਆਉਂਦੀ ਹੈ, ਅਸੀਂ ਆਨਸਰ ਜਿਹੜਾ ਹੈ ਜੇ ਮੈਗਨੀਟਿਊਡ ਪੁੱਛਿਆ, ਇਹ ਬਾਰ ਲਾਉਣ ਦਾ ਮਤਲਬ ਹੈ ਮੈਗਨੀਟਿਊਡ, ਤਾਂ ਅਸੀਂ ਪੋਜ਼ਿਟਿਵ ਵੈਲਿਊ ਹੀ ਦੱਸਣੀ ਹੈ, ਠੀਕ ਹੈ। ਕਲੀਅਰ ਹੈ। ਹੁਣ ਅਸੀਂ ਕੁਐਸਚਨ ਕਰਦੇ ਹਾਂ 1-1 ਕਰਕੇ। ਇਹ ਆ ਗਿਆ ਸਾਡਾ ਪਹਿਲਾ ਕੁਐਸਚਨ 1.3 ਦਾ। ਦੇਖੋ ਇਹ ਮੈਂ ਸੋਲਵ ਕਰ ਲਿਆ ਹੈ ਆਲਰੇਡੀ, ਮੈਂ ਤੁਹਾਨੂੰ ਸਮਝਾ ਦਿੰਦਾ ਹਾਂ। ਦੇਖੋ ਇੱਥੇ ਐਕਸਰਸਾਈਜ਼ 1.3 'ਚ ਪਹਿਲਾ ਕੁਐਸਚਨ ਹੈ, a circular loop with an area of 0.0405 meter square is placed in a uniform magnetic field of strength 0.2 Tesla. The magnetic field is perpendicular to the loop, it means theta 0 हो जाएगा, and increase to 0.5 टेस्ला। पहले से 0.2 टेस्ला फिर 0.5 टेस्ला हो गई। 2 सेकंड लगते हैं। कैलकुलेट द इंड्यूस्ड ईएमएफ। ਇੱਥੇ ਇਹਨਾਂ ਕੁਐਸਚਨਾਂ 'ਚ ਅਸੀਂ ਮੈਗਨੀਟਿਊਡ ਹੀ ਕਰਨਾ ਹੈ। ਫਾਰਮੂਲੇ ਬੇਟਾ ਇਹ ਤਿੰਨ ਹਨ ਜਿਹੜੇ ਅਸੀਂ ਯੂਜ਼ ਕਰ ਸਕਦੇ ਹਾਂ। ਤਾਂ ਦੇਖੋ ਇੱਥੇ ਅਸੀਂ ਸਭ ਤੋਂ ਪਹਿਲੇ ਨੋਟ ਕਰਨਾ ਹੈ ਸਾਨੂੰ ਦਿੱਤਾ ਕੀ ਹੋਇਆ ਹੈ। ਇੱਥੇ B ਲਿਖ ਲਿਆ, ਮੈਗਨੈਟਿਕ ਫੀਲਡ ਦਿੱਤੀ ਹੈ ਇਨੀਸ਼ੀਅਲੀ ਕਿੰਨੀ ਹੈ, B I ਕਰਕੇ ਪੈਰਾਂ 'ਚ ਪਾ ਦਿੱਤਾ 0.2T। B ਫਾਈਨਲ ਲਿਖ ਲਿਆ 0.5T, ਇੰਨੀ ਸਾਨੂੰ ਫਾਈਨਲੀ ਮਿਲ ਰਹੀ ਹੈ। ਏਰੀਆ ਜਿਹੜਾ ਹੈ ਡਾਇਰੈਕਟ 0.05 ਦੇ ਦਿੱਤਾ ਹੈ ਉਹ ਇੱਥੇ ਲਿਖ ਲਿਆ। ਥੀਟਾ ਬੇਟਾ ਥੋੜਾ ਜਿਹਾ ਦਿਮਾਗ ਲਗਾਉਣਾ ਪੈਣਾ ਹੈ। ਉੱਥੇ ਦੇਖੋ ਮੈਗਨੈਟਿਕ ਫੀਲਡ ਜਿਹੜੀ ਹੈ ਪਰਪੈਂਡੀਕੂਲਰ ਹੈ ਲੂਪ ਦੇ, ਉਦਾਂ ਹੀ ਜੇ ਸਾਡੀ ਲੂਪ ਇਦਾਂ ਹੈ ਸਰਕੂਲਰ ਲੂਪ ਔਰ ਪਰਪੈਂਡੀਕੂਲਰ ਮੈਗਨੈਟਿਕ ਫੀਲਡ ਜਾਰੀ ਹੈ, ਤਾਂ ਜੇ ਅਸੀਂ ਬਣਾਵਾਂਗੇ ਸਾਡਾ ਨਾਰਮਲ ਵੈਕਟਰ, ਉਹ ਮੈਗਨੈਟਿਕ ਫੀਲਡ, ਇਹ ਮੈਗਨੈਟਿਕ ਫੀਲਡ ਹੈ, ਇਹ ਸਾਡਾ ਏਰੀਆ ਵੈਕਟਰ ਹੋ ਗਿਆ, ਇਹ 0 ਡਿਗਰੀ ਹੋਏਗਾ, ਸੇਮ ਹੀ ਡਾਇਰੈਕਸ਼ਨ ਜਾ ਰਿਹਾ ਹੋਏਗਾ। ਤਾਂ ਇਸ ਤਰ੍ਹਾਂ ਅਸੀਂ ਥੀਟਾ ਇਜ਼ ਇਕੁਅਲ ਟੂ 0 ਕੱਢ ਲਿਆ। ਟਾਈਮ ਦਿੱਤਾ ਹੋਇਆ ਹੈ, ਇਹ ਮੈਗਨੈਟਿਕ ਫੀਲਡ ਜਿਹੜੀ ਇਨੀਸ਼ੀਅਲ ਤੋਂ ਫਾਈਨਲ ਬਣੀ ਇਹਨੂੰ ਟਾਈਮ ਲੱਗਿਆ 2 ਸੈਕਿੰਡ ਦਾ। ਤਾਂ ਅਸੀਂ ਹੁਣ ਆਨਸਰ ਕਰਦੇ ਹਾਂ। ਦੇਖੋ ਸਭ ਤੋਂ ਪਹਿਲੇ ਜਿਹੜਾ ਫੈਰਾਡੇ ਲਾਅ ਹੈ ਉਹ ਲਿਖ ਲਿਆ, ਮਾਈਨਸ ਡੈਲਟਾ ਫਾਈ ਬੀ। मतलब क्या है, बी का मतलब इतने बी क्यों लाया पैरां च, यानी कि फ्लक्स जी है मैगनेटिक फ्लक्स की गल हो रही है। चेंज इन मैगनेटिक फ्लक्स डिवाइडेड बाय कितना टाइम चेंज होया, ਅਸੀਂ कैलकुलेट कर लांगे तो ਅਸੀਂ ਕੱਢ ਸਕਦੇ ਹਾਂ। देखो मैं ये फार्मूला यूज करके करांगा, बाद च ਜਿਹੜਾ भी आंसर आएगा ਉਹਨੂੰ पॉजिटिव कर ਦਾਂਗਾ। देखो चलो, सो पहली गल सर ये कर लेंगे हाँ, ए पार्ट व्हाट इज द चेंज इन मैग्नेटिक फील्ड एंड दैट विल बी फाइनल कितना है माइनस इनिशियल कितना है, राइट। ਤਾਂ ਪਹਿਲੇ ਕਰ ਲਈਏ ਅਸੀਂ ਇਸ ਕੇਸ 'ਚ ਫਾਈਨਲ। ਤੁਸੀਂ ਪਹਿਲੇ ਇਨੀਸ਼ੀਅਲ ਵੀ ਕਰ ਸਕਦੇ ਹੋ, ਤੁਹਾਡੀ ਮਰਜ਼ੀ। ਕਰਨਾ ਕੀ ਹੈ ਸਰ, ਜਿਹੜੀ ਮੈਗਨੈਟਿਕ ਫਲਕਸ ਫਾਈਨਲ ਹੋਏਗੀ ਉਹ ਹੋਏਗੀ ਇੱਥੇ। ਹਮੇਸ਼ਾ ਜਿਹੜੇ ਵੀ ਕੰਮ ਕਰ ਰਹੇ ਹਾਂ ਅਸੀਂ ਪੈਰਾਂ ਤੇ ਫੁੱਟ ਤੇ ਜ਼ਰੂਰ ਚੀਜ਼ ਲਈਏ, ਜਿਵੇਂ ਸਾਨੂੰ ਯਾਦ ਰਵੇ ਅਸੀਂ ਕਿਹੜੀ ਚੀਜ਼ ਪਾਣੀ ਹੈ। ਇੱਥੇ ਮੈਗਨੈਟਿਕ ਫੀਲਡ ਫਾਈਨਲ ਪਾਣੀ ਹੈ ਤਾਂ ਬੀ ਫਾਈਨਲ ਲਿਖ ਲਿਆ। ਏਰੀਆ ਬੇਟਾ ਸੇਮ ਹੀ ਰਿਹਾ, ਏਰੀਆ ਚੇਂਜ ਨਹੀਂ ਹੋਇਆ, ਲੂਪ ਸੇਮ ਰਹੀ ਤਾਂ ਸੇਮ ਹੀ ਰਹੇਗਾ। cos ਥੀਟਾ ਜਿਹੜਾ ਹੈ ਬੇਟਾ 0 ਹੈ ਤਾਂ cos 0 1 ਹੋ ਜਾਏਗਾ, ਤੇ ਇਹਦੀ ਵੈਲਿਊ ਕੱਢ ਲਾਂਗੇ ਕਿੰਨੀ ਆ ਰਹੀ ਹੈ, ਵੈਲਿਊ ਦੇਖ ਲਓ 0.025 वेबर, ठीक है। फिर चलते हैं थल्ले, इनिशियल कितना है, ਇੱਥੇ ਵੀ ਮੈਂ ਪੈਰਾਂ 'ਚ ਦੇਖੋ बी आई। ਇਹ ਛੋਟੀ ਛੋਟੀਆਂ ਚੀਜ਼ਾਂ ਹਨ ਬਟ ਇਹ ਤੁਹਾਨੂੰ ਕਲੈਰਿਟੀ ਦੇਣਗੀਆਂ, ਤੁਹਾਡਾ ਆਨਸਰ ਜਿਹੜਾ ਗਲਤ ਨਹੀਂ ਨਿਕਲੇਗਾ। ਤਾਂ ਇਹਨਾਂ ਦੋਨਾਂ 'ਚ ਫਰਕ ਹੈ ਨਾ, ਫਾਈਨਲ ਔਰ ਮੈਗਨੈਟਿਕ ਫੀਲਡ 'ਚ ਔਰ ਇਨੀਸ਼ੀਅਲ 'ਚ, ਤਾਂ ਇੱਥੇ ਵੀ ਦੱਸ ਦਿੱਤਾ। ਹੁਣ ਇਨੀਸ਼ੀਅਲੀ ਕਿੰਨੀ ਸੀ 0.2 ਮਲਟੀਪਲਾਈ ਬਾਈ 0.05, ਬੇਟਾ ਥੀਟਾ ਚੇਂਜ ਨਹੀਂ ਹੋਇਆ ਹੈ ਨਾ, ਥੀਟਾ 0 ਹੀ ਰਿਹਾ, ਤਾਂ ਸਾਡੀ ਵੈਲਿਊ ਨਿਕਲ ਗਈ 0.01 ਵੈਬਰ। ਹੁਣ ਅਸੀਂ ਸਿੰਪਲ ਹੈ ਘਟਾਣਾ ਹੈ, चेंज ਕੱਢਣ ਵਾਸਤੇ if you want to calculate delta phi b we have to subtract phi initial from phi final, या magnetic flux final minus magnetic flux which is was at initially। ਤਾਂ ਇਹ ਅਸੀਂ ਵੈਲਿਊ ਕੱਢ ਲਈ ਬੇਟਾ। ਫਾਈਨਲ ਇਹ ਹੈ, ਹਮੇਸ਼ਾ ਇੱਥੇ ਧਿਆਨ ਦੇਣਾ ਹੈ ਕਿ ਫਾਈਨਲ ਵੈਲਿਊ ਹੀ ਅਸੀਂ ਪਹਿਲੇ ਲਿਖੀਏ, ਉਹਦੇ ਚੋਂ ਇਨੀਸ਼ੀਅਲ ਵੈਲਿਊ ਘਟਾ ਦੇਣੀ ਹੈ, ਤਾਂ ਤੁਹਾਡਾ ਆ ਜਾਏਗਾ 0.015 ਵੈਬਰ। ਦੇਖੋ ਹੁਣ ਮੈਂ ਕੀ ਕਰ ਰਿਹਾ, ਇਹ ਜਿਹੜਾ ਫਾਰਮੂਲਾ ਹੈ ਉੱਪਰ ਇਹਦੇ 'ਚ ਵੈਲਿਊ ਪਾ ਰਿਹਾ ਹਾਂ, ਇਹ ਯੂਜ਼ ਕਰ ਰਹੇ ਹਾਂ। ਤਾਂ ਤੁਸੀਂ ਦੇਖੋਗੇ ਇੱਥੇ ਮੈਂ ਇਹ ਤਾਂ ਪੋਜ਼ਿਟਿਵ ਹੀ ਨਿਕਲਿਆ ਤੇ ਇੱਥੇ ਲਿਖਤਾ, ਤਾਂ ਇਹ ਆਨਸਰ ਸਾਡਾ ਆ ਗਿਆ। ਕਿਆ ਇਹ ਮੈਗਨੀਟਿਊਡ ਹੈ ਬੇਟਾ? ਸਾਈਨ ਦੇ ਨਾਲ ਅਸੀਂ ਕਦੇ ਵੀ ਨਹੀਂ ਸਮਝਣਾ ਕਿ ਇਹ ਸਾਡਾ ਸਹੀ ਆਨਸਰ ਹੈ। ਜੇ ਸਾਨੂੰ ਮੈਗਨੀਟਿਊਡ ਪੁੱਛਿਆ ਗਿਆ ਹੈ ਤਾਂ ਅਸੀਂ ਸਾਈਨ ਦੀ ਪਰਵਾਹ ਨਾ ਕਰਦੇ ਹੋਏ ਅਸੀਂ ਕਹਿਣਾ ਹੈ E will be, ਇਹ ਡੰਡੇ ਲਗਾ ਦਿੱਤੇ, ਮਾਈਨਸ ਡੈਲਟਾ ਫਾਈ ਬਾਈ ਡੈਲਟਾ ਟੀ। ਇਹ ਬੇਟਾ ਚੀਜ਼ ਅਸੀਂ ਕੱਢ ਚੁੱਕੇ ਹਾਂ, ਯਾਨੀ ਕਿ ਸਰ ਵਾਟ ਐਵਰ ਇਜ਼ ਦ ਸਾਈਨ ਅਸੀਂ ਉਹਨੂੰ ਪੋਜ਼ਿਟਿਵ ਮੰਨ ਲੈਣਾ ਹੈ।
ਇੱਥੇ ਆ ਜਾਣਾ ਹੈ ਸਾਡਾ ਆਨਸਰ 0.007 ਐਗਜ਼ੈਕਟਲੀ ਪਤਾ ਨਹੀਂ ਕਿੰਨਾ ਹੋਏਗਾ ਬਟ ਅਰਾਊਂਡ दैट ਵੋਲਟ ਇੰਨਾ EMF ਜਿਹੜਾ ਹੈ ਇੰਡਿਊਸ ਹੋ ਜਾਏਗਾ। ਬੈਟਰੀ ਬਣਾ ਦਿੱਤੀ ਅਸੀਂ ਫਲਕਸ ਚੇਂਜ ਕਰਕੇ, ਇੰਨਾ ਉਸ ਲੂਪ 'ਚ ਵੋਲਟੇਜ ਆ ਜਾਏਗਾ, ਉਹਦੇ ਨਾਲ ਉਹਦੇ ਵਿੱਚ ਕਰੰਟ ਆ ਜਾਏਗਾ। ਹੋ ਗਿਆ। ਤਾਂ ਦਿਸ ਇਜ਼ ਐਕਚੁਅਲੀ ਜੋ ਅਸੀਂ ਕੈਲਕੂਲੇਟ ਕੀਤਾ, ਦਿਸ ਇਜ਼ ਬੇਟਾ ਮੈਗਨੀਟਿਊਡ। ਹੁਣ ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਿਆ ਹੋਏਗਾ ਵਾਟ ਇਜ਼ ਦ ਡਿਫਰੈਂਸ। ਕੁਝ ਨਹੀਂ ਹੈ, ਫਾਰਮੂਲਾ ਲਗਾਓ ਔਰ ਲਾਸਟ 'ਚ ਪੋਜ਼ਿਟਿਵ ਵੈਲਿਊ ਹੀ ਬਣਾ ਦਵੋ, ਨੈਗੇਟਿਵ 'ਚ ਨਾ ਦੱਸੋ ਜੇ ਸਾਨੂੰ ਮੈਗਨੀਟਿਊਡ ਪੁੱਛਿਆ ਗਿਆ ਹੈ। ਠੀਕ ਹੈ, ਇਹਨਾਂ ਕੁਐਸਚਨ 'ਚ ਅਸੀਂ ਪਹਿਲੇ ਹੀ ਨੋਟ ਦੇ ਦਿੱਤਾ ਸੀ ਕਿ ਮੈਗਨੀਟਿਊਡ ਦੀ ਗੱਲ ਕਰਨੀ ਹੈ, ਮਾइनस माइनस साइन की परवाह नहीं करनी है। चलो आगे चलते हैं। देखो ये हो गया क्वेश्चन नंबर 1। हूँ देखो क्वेश्चन नंबर 2 पढ़ लेने हैं क्वेश्चन। ए रेक्टेंगुलर लूप विद डायमेंशन 0.3 इंटू 0.2 ये क्यों दिता गया है कि तुम कैलकुलेट करके एरिया कर लो। इज प्लेस्ड इन मैग्नेटिक फील्ड ऑफ स्ट्रेंथ 0.4 टेस्ला। ये होगी इनिशियल परपेंडिकुलर टू द प्लेन ऑफ लूप। अगेन थीटा जड़ा हो गया 0 हो गया। द मैग्नेटिक फील्ड डिक्रीजेस घट जाती है यूनिफॉर्मली आराम नाल। यूनिफॉर्मली मतलब है धीरे धीरे टू 0 इन 1.5 सेकंड्स। 1.5 सेकंड टाइम लग गया। फाइनली की होगी मैग्नेटिक फील्ड 0। कैलकुलेट द इंड्यूस्ड EMF। ਤਾਂ ਅਸੀਂ ਬੇਟਾ ਇੱਥੇ ਗਿਵਨ ਕੀ ਹੈ ਦੇਖ ਲੈਂਦੇ ਹਾਂ। ਦੇਖੋ ਇਨੀਸ਼ੀਅਲ ਗਿਵਨ ਹੈ, ਵਟ ਇਜ਼ ਦਾ ਇਨੀਸ਼ੀਅਲ, ਦੈਨ ਵਟ ਇਜ਼ ਦਾ फाइनल इज गिवन एंड मैंने इतने लिखे हुए 0 क्योंकि दैट इज व्हाट इट इज गिवन। एरिया ਅਸੀਂ 0.3 इंटू 0.2 ਕਰ ਲੈਣਾ ਹੈ ਤਾਂ 0.06 मीटर स्क्वायर हो जाएगा। थीटा 0 डिग्री ਦਿੱਤਾ ਗਿਆ ਹੈ। ਫਾਰਮੂਲਾ ਫੈਰਾਡੇ ਦਾ ਲਾਅ ਤਾਂ ਲਗਾ ਦਿੱਤਾ। ਹੁਣ ਅਸੀਂ ਫਿਰ ਸੇਮ ਸਟੈਪ ਕਰ ਰਹੇ ਹਾਂ ਜਿਹੜੇ ਪਿਛਲੇ ਕੁਐਸਚਨ 'ਚ ਕੀਤੇ। चेंज इन द मैग्नेटिक फील्ड विल बी 5 फाइनल माइनस 5 इनिशियल। और 5 इनिशियल मैं पहले कर लिया इतने बी आई देखो हेल्प करेगा ना ਲੱਭਣ ਵਾਸਤੇ। ਦੇਖੋ ਬੀ ਆਈ ਜਿਹੜਾ ਹੈ 0.40 ਹੈ ਤਾਂ ਉਹੀ ਪਾਣਾ ਹੈ 0.4। ਏਰੀਆ 0.06 इंटू 1 क्योंकि बेटा थीटा 0 है cos 0 1 हो जाएगा। ये निकल जाएगा मेरा थीटा 5 इनिशियल। 5 फाइनल कर लांगे उस तरह 0 वेबर आ जाएगा ना। ये वैल्यू ऐसे पाने की भी जरूरत नहीं है किसी भी चीज़ से। जो मैग्नेटिक फील्ड ही साड़ी 0 आ गई तो ये सारे 0 कर ही देगी। बट एनीवे मैं थोड़े रेफरेंस वास्ते इतने लिख लिया सी। ਹੁਣ ਦੇਖੋ बेटा थले चलते हैं। फाइनल और इनिशियल मिल गया तो तुसी कर लेना है वट इज द मैग्नेटिक फ्लक्स चेंज एंड दैट विल बी माइनस 0.024। क्या साइन की परवाह करनी चाहिए? कोई फर्क नहीं पैंदा, रखना है कोई चक्कर नहीं, तुसी कर सकते हो। ठीक है ना। चलो माइनस रख लिया साइन तो तुसी देखोगे फॉर्मूले च पावांगे तो साडी वैल्यू निकल जाएगी पॉजिटिव। तो पॉजिटिव ही है तो मैग्नीट्यूड की गल नहीं है, यही वैल्यू असी आंसर च भी वेखांगे। दैट इज 0.016 बिकॉज असी टाइम नाल डिवाइड करना ना छड़िए। सारे फॉर्मूले च है डेल्टा टी डिवाइड करना है, 1.5 सेकंड लगे हैं। हो गया सेकंड क्वेश्चन। सो इसका आंसर इज 0.016। वेबर नहीं होएगा, गलती कर दी। इट विल बी वोल्टेज। तो साढ़े वोल्ट च आंसर निकलेगा। ठीक है, चलो आगे चलते हैं। दिस इज क्वेश्चन नंबर 3 नाउ। क्वेश्चन नंबर 3 देखो इतने बेटा एक चीज़ आ गई, पहले घबराना नहीं। इस सोलेनॉइड कुछ नहीं है, लूप हैगे है। जिवें एक सिंगल लूप के बारे असी प्रॉब्लम कढ़ ली है तो बेटा सोलेनॉइड कुछ नहीं है, इदा डिफरेंट डिफरेंट लूप्स ही हैं। ਤਾਂ ਤੁਸੀਂ ਇੱਕ ਦਾ ਹੀ ਕਰਨਾ ਹੈ। ਫਿਰ ਜਦੋਂ ਲੂਪ ਦੀ ਜਿੰਨੇ ਟਰਨ ਹੋਗੇ ਜਿਹੜਾ ਫਾਈਨਲ ਆਨਸਰ ਹੈ ਉਹ n ਨਾਲ ਮਲਟੀਪਲਾਈ ਕਰ ਦੇਣਾ ਹੈ। ਬਈ ਇੱਕ ਲੂਪ ਦਿੰਦੀ ਹੈ 2 ਵੋਲਟ ਦੀ ਮੰਨ ਲਓ EMF, ਤਾਂ ਦੋ ਲੂਪਾਂ ਕਿੰਨੀਆਂ ਦੇਣਗੀ? 2 2 2 4। ਤਿੰਨ ਲੂਪਾਂ ਪਾ ਦਵਾਂ ਤਾਂ ਕਿੰਨੀ ਹੋ ਜਾਏਗਾ? 6। ਇਦਾਂ ਅਸੀਂ ਸੋਚਣਾ ਹੈ, ਕੋਈ ਵੱਡੀ ਚੀਜ਼ ਨਹੀਂ ਹੈ। ਤਾਂ सोलेनॉइड सुन के ही कि ये डिफिकल्ट क्वेश्चन है, इदां दी गल कुछ नहीं है। चलो इस क्वेश्चन ਨੂੰ अटैम्प्ट करते हैं। ए सोलेनॉइड विद 100 टर्न्स एंड एन एरिया ऑफ 0.01 मीटर स्क्वायर। ਤਾਂ एरिया भी सानू दिता गया है, एरिया इज गिवन 0.01 डायरेक्टली दे दिता गया है। experiences a change in magnetic flux. The magnetic field increases uniformly from 0t to 0.60। तो पहले मैग्नेटिक फील्ड 0 है फिर 0.6 हो जाती है। 3 सेकंड लगते हैं। इंड्यूस्ड EMF ਕੱਢੋ सोलेनॉइड तो है ना। ਤਾਂ ਇਹ 100 ਟਨਸ ਕੁਝ ਕੀ ਕਰਨਗੇ ਇਹ ਤਾਂ ਬਾਅਦ ਚ ਦੇਖਾਂਗੇ। ਪਹਿਲੇ ਅਸੀਂ ਇੱਕ ਲੂਪ ਦਾ ਕੱਢ ਲੈਣਾ ਹੈ 0.01 ਮੀਟਰ ਸਕੁਅਰ ਜਿਹੜਾ सोलेनॉइड ਦਾ ਏਰੀਆ ਹੈ ਉਸ ਏਰੀਆ ਦੀ ਲੂਪ ਹੋਏਗੀ। तो देखो इतने ਉਹੀ ਫਾਰਮੂਲਾ ਲਗਾ ਦਿੱਤਾ। ਫਿਰ ਅਸੀਂ ਮੈਗਨੈਟਿਕ ਫਲਕਸ ਚੇਂਜ ਦੀ ਗੱਲ ਕਰ ਰਹੇ ਹਾਂ। फिर इनिशियल कर लिया मैं पहले। तो स्टार्टिंग बेटा जी मैग्नेटिक फील्ड 0 है तो ये लिखने की जरूरत भी नहीं सी, थोड़े रेफरेंस वास्ते है। सब कुछ 0 हो जाना है। इफ दिस इज 0 कुछ भी मल्टीप्लाई करो 0 ही आना है। दैट वाज ईजी। हम असी फाइनल कर लीए तो इतने बेटा देखो पैरा तो मैं लिखा हुआ बी फाइनल। ये ਇਹੋ ਜਿਹੇ ਨੋਟੇਸ਼ਨਸ यूज करना शुरू करो ਜਿਹਦੇ ਕਰਕੇ ਕਨਫਿਊਜ਼ਨ ਨਾ ਹੋਵੇ। फाइनली 0.60 हो गई सी, ਇੱਥੇ ਲਿਖਤੀ वैल्यू भरोगे तो ਤੁਹਾਨੂੰ ਮਿਲ ਜਾਏਗਾ आंसर 0.006 वेबर। नाउ चेंज इन फ्लक्स इज 0.006 माइनस 0 क्योंकि स्टार्टिंग 0 सी। ਤਾਂ ਇਹ ਸਾਡਾ ਜਿਹੜਾ ਆ ਗਿਆ ਚੇਂਜ ਇਨ ਫਲਕਸ ਆ ਗਿਆ। ਹੁਣ ਤਾਂ ਬੇਟਾ ਬਸ ਡਿਵਾਈਡ ਹੀ ਕਰਨਾ ਹੈ। ਤਾਂ ਮੈਂ ਫਾਰਮੂਲੇ ਦੇ ਹਿਸਾਬ ਨਾਲ ਲਗਾਇਆ। ਦੇਖੋ ਪਹਿਲੇ माइनस 0.006 फैराडे लॉ का पूरा लॉ लगा दिता डिवाइडेड बाय 3 तो आंसर आ गया 0.002 वोल्ट। नाउ नंबर ऑफ टर्न्स का भोग पैना है और कितनी प्रॉब्लम होनी है? बस 100 नाल मल्टीप्लाई करना है। ਇਹਦਾ मतलब है दिस इज फॉर वन लूप ऑफ सोलेनॉइड। वन लूप ऑफ सोलेनॉइड। सोलेनॉइड कुछ नहीं है, बहुत ज़्यादा जड़ियाँ लूप्स हैं कट्ठियां हैं जिवें इदा। ठीक है, हुण मान लो ये 5 लूप्स होन
ਤਾਂ ਇੱਕ ਲੂਪ ਦਾ ਇਹ ਜਿਹੜੀ ਲੂਪ ਹੈ ਇੱਕ ਇਹਦਾ ਨਿਕਲ ਗਿਆ ਹੈ ਤਾਂ ਪੰਜਾਂ ਦਾ ਕੀ ਹੋਏਗਾ ਮਲਟੀਪਲਾਈ ਕਰ ਦਾਂਗੇ ਇੱਥੇ ਸਾਨੂੰ 100 ਹੈ ਤਾਂ ਜਿਹੜਾ ਵੀ ਅਸੀਂ ਆਨਸਰ ਕੱਢਿਆ ਹੈ ਉਹਦੇ ਤੋਂ ਅਸੀਂ मल्टीप्लाई कर देना है 100 ठीक है तो ये 100 मल्टीप्लाइड बाय 0.002 हो जाएगा माइनस 0.2 वोल्ट क्या ये आंसर देना चाहिए दसो की करना चाहिए मैनू सानू जे मैग्नीट्यूड पूछा होएगा मैग्नीट्यूड ऑफ इंड्यूस्ड ईएमएफ ਇਹਦਾ मतलब साइन दी दसन दी कोई गल नहीं है तुसी कहना है 0.2 वोल्ट दैट इज योर आंसर इफ मैग्नीट्यूड इज आस्क्ड चलो आगे चलते हैं हुण देखो क्वेश्चन नंबर 4 क्वेश्चन नंबर 4 देख लेने हैं ठीक है पढ़ लिए क्वेश्चन ए रेक्टेंगुलर कॉइल ऑफ वायर विद एन एरिया ऑफ 0.2 मीटर स्क्वायर इज प्लेस्ड इन अ यूनिफॉर्म मैग्नेटिक फील्ड of strength 0.3 tesla the magnetic field makes an angle of 30 degree remember with the normal to the loop ये भी इंपॉर्टेंट है नॉर्मल टू द लूप मतलब सानू थीटा डायरेक्टली दे दिता गया है नॉर्मल टू द लूप इज नथिंग बट एरिया वेक्टर एंड इट इंक्रीजेस टू 0.6 टेस्ला वध जाती है कितना टाइम लगता है वो भी दस्या होया है मैग्नीट्यूड कढो इंड्यूस्ड ईएमएफ दा okay so what is given initial magnetic field is given final is given area is given time change is given and theta is 30 degree ਇੱਥੇ ਹੀ ਸਾਨੂੰ ਕਨਫਿਊਜ਼ਨ ਹੁੰਦੀ ਹੈ ਤੇ ਧਿਆਨ ਰੱਖਣਾ ਹੈ ਪੜ੍ਹਨਾ ਕੁਐਸਚਨ ਚੰਗੀ ਤਰ੍ਹਾਂ ਹੈ ਕਿੱਥੋਂ ਐਂਗਲ ਦਿੱਤਾ ਗਿਆ ਹੈ ਨਾਰਮਲ ਟੂ ਦ ਲੂਪ ਹੈ ਜਾਂ ਸਿੰਪਲ ਲੂਪ ਤੋਂ ਹੈ ਰਾਈਟ ਇਹੀ ਕੈਚ ਰਹਿਣਾ ਹੈ ਬਾਰ-ਬਾਰ ਇਹ ਧਿਆਨ ਰੱਖਣੀ ਹੈ ਚੀਜ਼ ਠੀਕ ਹੈ ਚਲੋ ਤਾਂ ਹੁਣ ਸੇਮ ਚੀਜ਼ ਲਗਾ ਦਿੱਤਾ ਅਸੀਂ ਇੱਥੇ ਦੇਖੋ we have applied let me use fancy thing laser pointer okay so ਅਸੀਂ ਕੀ ਕਰਨਾ ਹੈ ਦੇਖੋ ਬੇਟਾ ਇੱਥੇ ਅਸੀਂ ਲਗਾ ਦਿੱਤਾ EMF ਦਾ ਫਾਰਮੂਲਾ माइनस डेल्टा फाई बाय बी डेल्टा टी और चेंज फाइंड करने की कोशिश की थी इनिशियल बेटा निकल जाना है इस टाइम कितना है बी आई ए कोस थीटा वैल्यू डालोगे तो आ जाएगा 0.3 इंटू 0.2 इंटू 0.86 0.051 वेबर ओके सिमिलरली जो तुसी फाइनल कटोगे फाइव फाइनल दैट वैल्यू विल कम 0.103 वेबर ओके थोड़ा पेज च नहीं आया मेरा ध्यान रखना ये वैल्यू असी कर लिया हैं हुण असी इन्हों माइनस कर देना है देखो दिस इज फाइनल एंड दिस इज इनिशियल माइनस कर दिता तो साडा आंसर आ गया 0.052 वेबर दिस इज चेंज इन फ्लक्स ये निकल गया तो साडा क्वेश्चन सॉल्व हो गया हुण देखो फॉर्मूले च पा दिता फैराडे लॉ च माइनस साइन का ध्यान रखिया लिख दिता फर्क नहीं पैंदा है याद रखना है ना फिर भी असीं की कर रहे हैं तो लिख ले रहे हैं फैराडे लॉ लगा दे रहे हैं तो लास्ट मैग्नीट्यूड दस दे रहे हैं तो बेटा जो आंसर आना चाहिए है वो आ जाएगा 0.013 वोल्ट एग्जैक्टली इन्ना है देख लेना थोड़े जे डेसिमल प्लेस शायद अगे होण ਹੁਣ ਅਸੀਂ क्या ये दसीए आंसर नहीं इफ मैग्नीट्यूड इज आस्क ਅਸੀਂ सिर्फ पॉजिटिव वैल्यू दस देनी है नथिंग एल्स मैग्नीट्यूड इज 0.013 इट्स नॉट अ बिग थिंग मैग्नीट्यूड मींस मैं बोला -4 ਦਾ मैग्नीट्यूड की है मैग्नीट्यूड की है कितना सही व्हाट इज द मैग्नीट्यूड -4 ਤੁਸੀਂ कहना है 4 होता है बेटा ਇਹਦਾ मैग्नीट्यूड की है इस इंड्यूस्ड ईएमएफ ਦਾ ਇਹਦਾ मैग्नीट्यूड है 0.013 वोल्ट ਇਹ ਜਿਹੜਾ ਹੈ ਸਾਈਨ ਦੱਸਦਾ ਹੈ ਜਿਹੜਾ ਅਸੀਂ ਲੈਂਜ਼ ਲॉ ਨਾਲ ਸੋਲਵ ਕਰਾਂਗੇ ਕਿ ਇਹਦਾ ਮਤਲਬ ਕੀ ਹੈ ठीक है तो देखो थले लिखा होया है मैग्नीट्यूड ऑफ इंड्यूस्ड ईएमएफ इज 0.013 वोल्ट हो गया क्वेश्चन नंबर 4 इजी सी चलो असी लास्ट क्वेश्चन कर लिए पंजवा इथे की है पंजवा क्वेश्चन कर लिए देखो क्वेश्चन रीड करिए सर्कुलर लूप ऑफ रेडियस 0.1 मीटर रेडियस दिता हुआ है इज प्लेस्ड इन मैग्नेटिक फील्ड दैट इंक्रीजेस फ्रॉम 0.2 t टू 0.8 t बढ़ रही है इन 5 सेकंड्स टाइम देता है डेल्टा t 5 सेकंड्स द मैग्नेटिक फील्ड इज परपेंडिकुलर टू द लूप हुण सानू दिमाग लाना है भी थीटा कितना होएगा थीटा 0 हो जाएगा अगेन बेटा यही मैं बार बार बोल रहा हूँ यही कंफ्यूज करता है डायग्राम बना लोगे बिल्कुल क्लियर हो जाएगा इदा दी लूप ही हुई है सर्कुलर तो मैग्नेटिक फील्ड 90 डिग्री जा रही है तो इदा क्रॉस कर रही है ना ਹੁਣ ਸਾਨੂੰ ਕੋਈ ਕਹੇ ਸਰ ਤੁਸੀਂ ਬਣਾਓ ਨਾਰਮਲ ਵੈਕਟਰ ਬੇਟਾ ਇਸ ਏਰੀਆ ਦਾ 90 ਡਿਗਰੀ ਬਣਾਵਾਂਗਾ ਸਰਫੇਸ ਤੋਂ 90 ਡਿਗਰੀ ਬਣਾਵਾਂਗਾ ਉਹ ਤਾਂ ਸੇਮ ਹੀ ਆ ਜਾਏਗਾ ਇਹ ਮੇਰਾ ਏਰੀਆ ਵੈਕਟਰ ਮੈਗਨੈਟਿਕ ਫੀਲਡ ਵੀ ਲੈਫਟ ਤੋਂ ਰਾਈਟ ਤੇ ਮੇਰਾ ਨਾਰਮਲ ਵੈਕਟਰ ਜਿਹੜਾ ਹੈ ਜਿਹੜਾ ਅਸੀਂ ਨਾਰਮਲ ਲੈਂਦੇ ਹਾਂ ਜਾਂ 90 ਡਿਗਰੀ ਲੈਂਦੇ ਹਾਂ ਸਰਫੇਸ ਤੋਂ ਉਹ ਵੀ 90 ਡਿਗਰੀ ਆਏਗਾ ਸੇਮ ਐਂਗਲ ਹੋ ਜਾਏਗਾ ਤਾਂ ਥੀਟਾ ਦੇਖੋ ਇੱਥੇ 0 ਦੱਸਿਆ ਹੋਇਆ ਹੈ ਕਲੀਅਰ ਹੈ ਸੇਮ ਫੈਰਾਡੇ ਲਾਅ ਲਗਾ ਦਿੱਤਾ and now we will just calculate values this is the change in flux then we will calculate मैंने इस टाइम जो है 5 फाइनल कर लिया है वो आ जाएगा 0.024 राइट और 5 इनिशियल जो है 0.006 वेबर आ रहा है चेंज इन फ्लक्स आ गया 0.018 ईएमएफ दे फार्मूले च पा देता मेरी वैल्यू नेगेटिव आ रही है मैग्नीट्यूड देखो की हो जाएगा मैग्नीट्यूड विल बी 0.0032 तो समझ गए मैग्नीट्यूड नाल घबराना नहीं है लगा दो फार्मूला सिंपल माइनस का ध्यान रखना है नहीं रखना कोई फर्क नहीं पैंदा तुसी फैराडे लॉ ही लगा दो और लास्ट जो तुहानू मैग्नीट्यूड पूछा गया है ਤਾਂ ਤੁਸੀਂ ਉਹਦੀ ਪੋਜ਼ਿਟਿਵ ਵੈਲਿਊ ਦੱਸ ਦੇਣੀ ਹੈ